Hello students. Today we will discuss the topic Introduction of Partnership 3. In the last class we were discussing the methods of interest on drawing. There are two types of methods of interest on drawing. One is the average method and second is the product method. And in the last class we are discussed about the average method of interest on drawing. ਅਸੀਂ ਲਾਸਟ ਕਲਾਸ ਚ ਡਿਸਕਸ ਕੀਤਾ ਸੀ ਕਿ ਜੋ ਇੰਟਰਸਟ ਔਨ ਡਰਾਇੰਗ ਹੈ ਉਸ ਦਾ ਐਵਰੇਜ ਮੈਥਡ ਕੀ ਹੈ। ਉਸ ਐਵਰੇਜ ਮੈਥਡ ਦੇ ਅਸੀਂ ਕੁਝ ਕਨਸੈਪਟਸ ਜਿਹੜੇ ਸੀ ਉਹ ਡਿਸਕਸ ਕੀਤੇ ਸੀ ਤੇ ਕੁਝ ਕਨਸੈਪਟ ਸਾਡੇ ਜਿਹੜੇ ਸੀਗੇ ਉਹ ਪਿੱਛੇ ਰਹਿ ਗਏ ਸੀ। ਅਸੀਂ ਹੁਣ ਆਪਣੇ ਨੈਕਸਟ ਟੌਪਿਕ ਕੰਟੀਨਿਊ ਕਰਨ ਲੱਗੇ ਆ। ਐਵਰੇਜ ਮੈਥਡ ਦੇ ਜੋ ਕਨਸੈਪਟਸ ਅਸੀਂ ਆਪਣੀ ਲਾਸਟ ਕਲਾਸ ਚ ਕੀ ਕਰਦੇ ਸੀ, ਛੱਡਦੇ ਸੀ। ਤੇ ਡੀਅਰ ਸਟੂਡੈਂਟਸ, ਆਪਾਂ ਇੰਟਰਸਟ ਔਨ ਡਰਾਇੰਗ ਦਾ ਟੌਪਿਕ ਪੜ੍ਹਿਆ। इंटरस्ट ऑन ड्राइंग दे विच असी एवरेज मैथड डिस्कस किया। जो असी एवरेज मैथड डिस्कस किया सी उस एवरेज मैथड च असी कैलकुलेशन ऑफ इंटरस्ट ऑन ड्राइंग डिस्कस करती सी कि अगर असी कोई भी मनी विड्रॉ कराने इन द बिगनिंग ऑफ ईच मंथ, अगर असी मिड ऑफ ईच मंथ यानी कि मिडल ऑफ ईच मंथ, एंड ऑफ ईच मंथ, बिगिनिंग ऑफ क्वार्टर, बिगिनिंग ऑफ ईच क्वार्टर, एंड ऑफ ईच क्वार्टर, मिडल ऑफ ईच क्वार्टर। बट हुण तक दा टॉपिक ये सी कि तुहानू उत्थे गिवन हुंदा सी कि तुसी केड़ी डेट नू पैसा विड्रॉ करा रहे हो। गल क्लियर हुई कि तुहानू उहने दस्सिया कि तुसी पैसा मंथ दे स्टार्टिंग च कढवाया, तुसी पैसा मंथ दे मिड च कढवाया, तुसी पैसा एंड च कढवाया, तुसी पैसा क्वार्टर दे स्टार्टिंग च कढाया, तुसी पैसा क्वार्टर दे एंड च कढाया, तुसी पैसा क्वार्टर दे मिड च कढाया। ਤਾਂ ਇਥੋਂ ਤੱਕ ਦੇ ਟੌਪਿਕ ਦੇ ਵਿੱਚ ਤੁਹਾਨੂੰ ਡੇਟਸ ਗਿਵਨ ਸੀ। ਬਟ ਇੱਕ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਅਗਰ ਸਾਨੂੰ ਕੁਐਸਚਨ ਦੇ ਵਿੱਚ ਡੇਟ ਨਹੀਂ ਗਿਵਨ, ਠੀਕ ਹੈ, ਤਾਂ ਤੁਸੀਂ ਉੱਥੇ ਕੀ ਕਰਦੇ ਸੀ, ਤੁਹਾਨੂੰ ਦਿੱਤਾ ਹੁੰਦਾ ਸੀ ਕਿ ਤੁਸੀਂ ਮੰਥ ਦੇ ਸਟਾਰਟਿੰਗ ਚ ਕਢਾਇਆ ਤਾਂ ਤੁਸੀਂ ਦੇਖ ਲੈਂਦੇ ਸੀ ਕਿ ਜਦੋਂ ਅਸੀਂ ਆਪਣੀ ਫਸਟ ਡਰਾਇੰਗ ਕਢਾਈ, ਫਸਟ ਡਰਾਇੰਗ ਕਢਾਉਣ ਤੋਂ ਬਾਅਦ ਸਾਡੇ ਕੋਲੇ ਪਿੱਛੇ ਕਿੰਨੇ ਮੰਥ ਬਚੇ। ਆਪਣੀ ਲਾਸਟ ਡਰਾਇੰਗ ਜਦੋਂ ਅਸੀਂ ਕਢਾਈ, ਲਾਸਟ ਡਰਾਇੰਗ ਕਢਾਉਣ ਤੋਂ ਬਾਅਦ ਪਿੱਛੇ ਸਾਡੇ ਕੋਲ ਕਿੰਨੇ ਮਹੀਨੇ ਬਚੇ, ਤੁਸੀਂ ਉਹਦਾ ਇੱਕ ਐਵਰੇਜ ਪੀਰੀਅਡ ਕੀ ਕਰ ਲੈਂਦੇ ਸੀ, ਕੈਲਕੂਲੇਟ ਕਰ ਲੈਂਦੇ ਸੀ। ਤਾਂ ਉੱਥੇ ਡੇਟ ਗਿਵਨ ਸੀ ਤਾਂ ਤੁਸੀਂ ਆਪਣਾ ਐਵਰੇਜ ਪੀਰੀਅਡ ਕੀ ਕਰਦੇ ਸੀ, ਕੈਲਕੂਲੇਟ ਕਰਦੇ ਸੀ। ਬਟ ਕੁਐਸਚਨ ਇਹ ਅਰਾਈਜ਼ ਹੁੰਦਾ ਕਿ ਅਗਰ ਤੁਹਾਡੇ ਕੋਲੇ ਡੇਟ ਗਿਵਨ ਨਹੀਂ ਹੈ, ਇਨ ਦਾ ਕੁਐਸਚਨ डेट इज नॉट गिवन, ਤਾਂ ਆਪਾਂ ਐਵਰੇਜ ਪੀਰੀਅਡ ਕਿਸ ਤਰੀਕੇ ਨਾਲ ਕੈਲਕੂਲੇਟ ਕਰਾਂਗੇ। ਹੁਣ ਦੇਖੋ ਦੋ ਕਨਸੈਪਟਸ ਅਰਾਈਜ਼ ਹੁੰਦੇ ਨੇ। ਅਗਰ ਤੁਹਾਨੂੰ ਕੁਐਸਚਨ 'ਚ ਡੇਟ ਗਿਵਨ ਨਹੀਂ ਹੈ ਤਾਂ ਤੁਸੀਂ ਦੋ ਤਰੀਕੇ ਦਾ ਟ੍ਰੀਟਮੈਂਟ ਅਪਲਾਈ ਕਰਦੇ ਹੋ। ਤੁਸੀਂ ਉੱਥੇ ਦੋ ਚੀਜ਼ਾਂ ਆਇਡੈਂਟੀਫਾਈ ਕਰਨੀਆਂ ਹੁੰਦੀਆਂ ਨੇ। ਕਹਿੰਦੇ ਇਫ ਡੇਟ ਇਜ਼ ਨॉट ਗਿਵਨ ਬਟ after but per annum is given with the rate of interest. Second, कहते if date is not given and per annum is also not given with the rate of interest। मतलब क्वेश्चन की है, कहते ਤੁਹਾਨੂੰ डेट नहीं गिवन कि ਤੁਸੀਂ पैसा स्टार्टिंग च कढवाया, ਤੁਸੀਂ पैसा मिड च कढवाया, ਤੁਸੀਂ पैसा एंड च कढवाया। ਤਾਂ ਕਹਿੰਦਾ ਦੋ ਤਰੀਕੇ ਨਾਲ ਤੁਸੀਂ ਐਵਰੇਜ ਮੈਥਡ ਦਾ ਕੀ ਕਰੋ, ਟ੍ਰੀਟਮੈਂਟ ਕਰੋ। ਤੁਸੀਂ ਕੁਐਸਚਨ ਚ ਚੈੱਕ ਕਰੋ ਕਿ ਜੇ ਤੁਹਾਨੂੰ ਡੇਟ ਨਹੀਂ ਗਿਵਨ ਬਟ ਕੀ ਤੁਹਾਨੂੰ ਪਰ ਐਨਮ ਇੰਟਰਸਟ ਆਫ ਰੇਟ ਨਾਲ ਲਿਖਿਆ ਹੋਇਆ, ਜਿਸ ਤਰੀਕੇ ਨਾਲ ਤੁਹਾਨੂੰ ਲਿਖਿਆ ਹੁੰਦਾ ਹੈ कि थोनों इंटरेस्ट ऑन ड्राइंग is calculated 10% per annum।
ਤਾਂ ਦਿਸ ਇਜ਼ ਅ ਰੇਟ ਆਫ ਇੰਟਰਸਟ 10% ਕੀ ਹੈ ਸਾਡਾ ਰੇਟ ਆਫ ਇੰਟਰਸਟ ਹੈ ਕਿ ਜੋ ਅਸੀਂ ਇੰਟਰਸਟ ਔਨ ਡਰਾਇੰਗ ਕੈਲਕੂਲੇਟ ਕਰ ਰਹੇ ਹਾਂ ਤੇ ਸਾਡਾ ਰੇਟ ਆਫ ਇੰਟਰਸਟ ਕਿੰਨੇ ਲੱਗ ਰਿਹਾ ਹੈ 10% ਲੱਗ ਰਿਹਾ ਹੈ। ਤਾਂ ਹੁਣ ਦੇਖੋ ਕੁਐਸਚਨ ਚ ਉਹਨੇ ਕੀ ਲਿਖਿਆ ਹੈ, ਤੁਹਾਨੂੰ ਇਹ ਨਹੀਂ ਲਿਖ ਰਿਹਾ ਕਿ ਕਿੰਨਾ ਕਦੋਂ ਪੈਸਾ ਕਢਵਾਇਆ, ਬਟ ਉਹਨੇ ਤੁਹਾਨੂੰ ਰੇਟ ਆਫ ਇੰਟਰਸਟ ਦੇ ਨਾਲ ਤੁਹਾਨੂੰ ਕੀ ਦਿੱਤਾ ਹੈਗਾ ਪਰ ਐਨਮ ਦਿੱਤਾ ਹੈ। दूसरा कॉन्सेप्ट की है कि ना तो ਤੁਹਾਨੂੰ डेट ਦਿੱਤੀ ਹੈ ਨਾ ਹੀ ਤੁਹਾਨੂੰ ਰੇਟ ਆਫ ਇੰਟਰਸਟ ਦਿੱਤਾ ਹੈ। ਰੇਟ ਆਫ ਇੰਟਰਸਟ ਦੇ ਨਾਲ ਪਰ ਐਨਮ ਦਿੱਤਾ ਤਾਂ ਤੁਹਾਨੂੰ ਜਸਟ ਉੱਥੇ ਸਿੰਪਲ ਕੀ ਲਿਖਿਆ ਹੋਏਗਾ ਰੇਟ ਆਫ ਇੰਟਰਸਟ ਇਜ਼ 10%। ਮੇਰੀ ਗੱਲ ਫੋਲੋ ਕੀਤੀ ਕਿ ਉਹ ਕੀ ਕਹਿ ਰਿਹਾ ਕੁਐਸਚਨ ਦੇ ਵਿੱਚ ਕਿ ਦੋ ਕੁਐਸਚਨ ਦੇ ਵਿੱਚ ਡੇਟ ਨਹੀਂ ਗਿਵਨ। ਜੇ ਡੇਟ ਨਹੀਂ ਗਿਵਨ ਤਾਂ ਕਹਿੰਦਾ ਦੋ ਚੀਜ਼ਾਂ ਦੇਖ ਲਓ ਕਿ ਜਿਹੜੀ ਤੁਹਾਨੂੰ ਡੇਟ ਨਹੀਂ ਗਿਵਨ ਉਹਦੇ ਇੰਟਰਸਟ ਰੇਟ ਦੇ ਨਾਲ ਪਰ ਐਨਮ ਦਿੱਤਾ ਹੋਇਆ ਹੈ ਜਾਂ ਰੇਟ ਵੀ ਨਹੀਂ ਗਿਵਨ डेट भी नहीं गिवन एंड रेट ऑफ इंटरेस्ट दे नाल पर एनम भी नहीं गिवन। तो हुण आपां वन बाय वन दोनों दा एक ट्रीटमेंट करांगे। फर्स्टली आपां ट्रीटमेंट डिस्कस करन लगे हां कि अगर सानू क्वेश्चन दे विच डेट गिवन नहीं है बट सानू क्वेश्चन दे विच रेट ऑफ इंटरेस्ट दे नाल पर एनम दिता होया। फॉर एग्जांपल कहंदे मिस्टर एक्स withdrew ₹1000 each month. Find out interest on drawing if rate of interest is 10% per annum। ਹੁਣ क्वेश्चन की बनया कहते मिस्टर एक्स है वो 1000 रुपए हर एक महीने कढ़वा रहा 1000 ईच मंथ। कितना पैसा हर महीने कढ़वा रहा है 1000 रुपए पर मंथ कढ़वा रहा है। हुण ओने आए लिखा कि वो 1000 रुपए जेड़ा कढ़वा रहा है कदों कढ़वा रहा है। इट मींस ओने अपन कोई डेट नहीं ना दित्ती बट जे डेट नहीं दित्ती तो ओने सानू रेट ऑफ इंटरेस्ट नाल की दित्ता हैगा पर एनम लिखा है। तो ਅਸੀਂ ਇੱਥੇ एवरेज ਜਿਹੜੀ ਹੈਗੀ ਹੈ ਉਹ ਕੀ यूज करांगे 6 मंथ यूज करांगे। एवरेज कितनी यूज करांगे 6 मंथ यूज करांगे। तो तुसी उत्थे इंटरेस्ट ऑन ड्राइंग किवें कढोगे टोटल ड्राइंग्स मल्टीप्लाइड बाय रेट ऑफ इंटरेस्ट मल्टीप्लाइड बाय एवरेज पीरियड। तब इत्थे एवरेज पीरियड की मान के चलांगे कि ਅਸੀਂ टोटल 12 मंथ पैसे कढवाया ਅਸੀਂ हमेशा 2 मंथ्स ਦੀ एवरेज लेने दो चीਜ਼ਾਂ ਦੀ एवरेज लेने तो 12/2 करके ਅਸੀਂ ਜਿਹੜੀ एवरेज है पूरे किन्ने मंथ्स ਦੀ लेके चलांगे 6 मंथ्स ਦੀ लेके चलांगे। तो टोटल ड्राइंग्स कितना है 1000 रुपए हर एक महीने। तो 1000 × 12 इज इक्वल टू 12000। 12000 × 10/100 मल्टीप्लाइड बाय 6/12 क्योंकि इसे 6 मंथ ले रहे हैं। जो 6 मंथ ਨੂੰ ਅਸੀਂ ਸੋल्व ਕਰਾਂਗੇ ਤਾਂ ਸਾਡੇ ਕੋਲ ਕੀ ਆਏਗਾ 6/12 ਆਏਗਾ। क्लियर होया। ਤਾਂ ਹੁਣ ਤੁਹਾਡੇ ਕੋਲ 12000 × 10/100 × 6/12 ਤਾਂ ਤੁਹਾਡੇ ਕੋਲ ਕਿੰਨਾ ਆ ਜਾਊਗਾ 1200 600 रुपए ਤੁਹਾਡਾ ਕੀ ਆ ਜਾਏਗਾ इंटरेस्ट ऑन ड्राइंग। क्लियर होई। क्वेश्चन च की सीगा डेट नहीं ਦਿੱਤੀ ਹੋਈ बट ਸਾਨੂੰ क्वेश्चन च पर एनम गिवन सी ਤਾਂ ਅਸੀਂ ਕਿਵੇਂ ਕੈਲਕੂਲੇਟ ਕੀਤਾ ਅਸੀਂ ਆਪਣਾ ਫਾਰਮੂਲਾ ਉੱਥੇ ਅਸੀਂ ਐਵਰੇਜ ਕਿੰਨੇ ਮੰਥਸ ਦੀ ਲਗਾਵਾਂਗੇ 6 ਮੰਥ ਦੀ ਐਵਰੇਜ ਲਗਾਵਾਂਗੇ। ਟੋਟਲ ਡਰਾਇੰਗਸ ਮਲਟੀਪਲਾਈਡ ਬਾय रेट ऑफ इंटरेस्ट ਮਲਟੀਪਲਾਈਡ ਬਾय ਐਵਰੇਜ ਪੀਰੀਅਡ। ਤਾਂ ਅਸੀਂ ਇੱਥੇ ਐਵਰੇਜ ਪੀਰੀਅਡ ਕਿੰਨੇ ਮੰਥਸ ਦਾ ਲੈ ਕੇ ਚੱਲਾਂਗੇ 6 ਮੰਥ ਦਾ ਲੈ ਕੇ ਚੱਲਾਂਗੇ 6/12। ਹੁਣ ਇਹਦੇ ਨਾਲ ਦਾ ਹੀ ਨੈਕਸਟ ਟੌਪਿਕ ਹੈ कि थोड़े कोले वो कह रहे हैं कि मिस्टर एक्स 1000 रुपए हर एक महीने कढ़वा रहा है। कहता फाइंड आउट इंटरेस्ट ऑन ड्राइंग इफ रेट ऑफ इंटरेस्ट इज 10%। मतलब उन्हें ये नहीं लिखा कि 10% पर एनम है या कुछ है। तो ਅਸੀਂ ਇੱਥੇ ਐਵਰੇਜ ਕੈਲਕੂਲੇਟ ਨਹੀਂ ਕਰਦੇ ਸਿਰਫ ਸਿੱਧਾ ਕੈਲਕੂਲੇਸ਼ਨ ਕਰਦੇ ਹਾਂ। ਸਾਡੇ ਕੋਲ ਇੰਟਰਸਟ ਔਨ ਡਰਾਇੰਗ ਦਾ ਫਾਰਮੂਲਾ ਕੀ ਹੁੰਦਾ ਹੈ ਟੋਟਲ ਡਰਾਇੰਗਸ ਮਲਟੀਪਲਾਈਡ ਬਾय ਰੇਟ ਆਫ ਇੰਟਰਸਟ। ਇੱਥੇ ਸਾਡੇ ਕੋਲ ਐਵਰੇਜ ਪੀਰੀਅਡ ਨਹੀਂ ਹੈ क्योंकि ਸਾਨੂੰ ਉਹਨੇ ਨਹੀਂ ਦਿੱਤਾ ਕਿ ਜੋ ਤੁਹਾਡਾ ਰੇਟ ਆਫ ਇੰਟਰਸਟ ਹੈ ਉਹ ਪੂਰੇ ਸਾਲ ਦਾ ਮੰਥ ਦਾ ਕਿੰਨੇ ਦਾ। ਤਾਂ ਆਪਾਂ ਨੂੰ ਉਹਨੇ ਪਰ ਐਨਮ ਨਹੀਂ ਲਿਖਿਆ। ਤਾਂ ਜਦੋਂ ਸਾਨੂੰ ਉਹਨੇ ਆਈ ਨਹੀਂ ਦੱਸਿਆ ਵੀ ਪਰ ਐਨਮ ਹੈ ਜਾਂ ਕੁਛ ਹੈ ਤਾਂ ਅਸੀਂ ਕੋਈ ਵੀ ਐਵਰੇਜ ਪੀਰੀਅਡ ਦੀ ਕੈਲਕੂਲੇਸ਼ਨ ਨਹੀਂ ਕਰਦੇ। ਅਸੀਂ ਸਿੱਧਾ ਲਿਖਾਂਗੇ ਕਿ ਸਾਡੇ ਕੋਲ ਟੋਟਲ ਡਰਾਇੰਗਸ 1000 ਰੁਪਏ ਇੱਕ ਮਹੀਨੇ ਦਾ ਪੂਰੇ ਸਾਲ ਦੀ ਕਿੰਨੀ ਹੋਗੀ 12000 ਇਨਟੂ ਰੇਟ ਆਫ ਇੰਟਰਸਟ 10/100 ਇਜ਼ ਇਕੁਅਲ ਟੂ ਸਾਡੇ ਕੋਲ ਇੰਟਰਸਟ ਔਨ ਡਰਾਇੰਗ ਕਿੰਨਾ ਆ ਗਿਆ 1200 ਰੁਪਏ।
क्लीयर हुई मेरी गल? तो हुण तक असीं डिस्कस की कीता है कि एवरेज मैथड दे थ्रू असीं इंटरस्ट ऑन ड्राइंग किस तरीके नाल कैलकुलेट करदे हां। अगर साडे कोल डेट्स गिवन हुंदियां तां असीं उत्थे की करदे हां, एवरेज कढ लैने कि असीं फर्स्ट ड्राइंग कदों कढवाई सी, लास्ट ड्राइंग कदों कढवाई, उहदे हिसाब नाल साडी की निकल जांदी है, एवरेज निकल जांदी है। बट अगर साडे कोले डेट्स गिवन नहीं होंदियां तो असीं दो चीज़ां देखते हैं कि जो साडे कोल रेट ऑफ इंटरस्ट दिता उहदे नाल पर एनम दिता है या नहीं दिता। जे पर एनम दिता है तो एवरेज लगूगी 6 मंथ दी, जे पर एनम नहीं दिता तो असीं एवरेज पीरियड कोई भी कैलकुलेट नहीं करते। हुण क्वेश्चन उत्थे अराइज हो गया, हुण तक दे तुसीं टॉपिक डिस्कस कर ले कि तुहानूं डेट गिवन सी तां की करदे सी, डेट इज नॉट गिवन तां की करदे हो। बट देखो जदों तुहानूं डेट गिवन सी उते हरेक महीने स्टार्टिंग या हरेक महीने एंड या हरेक महीने मिड, इट मीन्स उन्हें इको ही डेट कंसीडर कीती सी। बट पॉसिबिलिटी ये भी हो सकती है कि डिफरेंट डेट्स इज अवेलेबल, कि तुहानूं हर बार क्वेश्चन दे विच डिफरेंट डेट्स गिवन हो। तो जदों थोड़े कोले डिफरेंट डेट गिवन होणगियां तो उत्थे असीं मेनली जिहड़ा मैथड इंटरस्ट ऑन ड्राइंग लई यूज करदे ओनू आपां कहंदे हांगे प्रोडक्ट मैथड। किहड़ा मैथड यूज करदे हां? प्रोडक्ट मैथड यूज करदे हां। तो देखो प्रोडक्ट मैथड दे थ्रू तुसीं इंटरस्ट ऑन ड्राइंग किस तरीके नाल कैलकुलेट करोगे? जो प्रोडक्ट मैथड है ਉਹਦੇ ਵਿੱਚ ਇੰਟਰਸਟ ਉਹ ਕਦੋਂ ਜ਼ਿਆਦਾਤਰ ਅਸੀਂ ਕੇਸ ਅਪਲਾਈ ਕਰਦੇ ਜਦੋਂ ਅਸੀਂ ਪੈਸਾ ਹਰੇਕ डिफरेंट डेट से की करते हैं विड्रॉ कराने। इट मीन्स मनी तो विड्रॉ करा रहे हैं बट ना तो सेम डे ते नहीं कढवा रहे, हर बार साडी जो डेट है वो की है डिफरेंट है। जिवें मैं एक क्वेश्चन फ्रेम किया, फर्स्ट टाइम मैं मनी विड्रॉ कराई 1 जून 2017 20,000 रुपए, फिर सेकेंड मैं विड्रॉ कराया 31 अगस्त 2017 10,000 रुपए। आफ्टर दैट मैं थर्ड विड्रॉ कराया 1 दिसंबर 2017 15,000 रुपए। लास्ट मैं विड्रॉ कराया 31 मार्च 2018 10,000 रुपए। तब हुण पैसा विड्रॉ करा रहे बट हरेक मनी और डिफरेंट डेट ते की कर रहेगा विड्रॉ करा रहा है। तो इस केस दे विच असीं मेनली केड़ा मैथड अप्लाई करदे हां? प्रोडक्ट मैथड अप्लाई करदे। तो देखो इसकी कैलकुलेशन किवें करोगे? तुसीं इत्थे पहला मंथ्स कैलकुलेट करने ने। हुण देखो जदों तुसीं अपनी फर्स्ट ड्राइंग कढवाई तां पिछे किन्ने महीने बचे वो महीने उरे लिखो। मतलब मैं पैसा 1 जून नूं कढवाया ना, तो जून 2017 तो अगर मेरा साल शुरू होगा 1 अप्रैल 2017 तो खत्म कितने होगा 31 मार्च 2018 ते। तो मैं 1 जून 2017 नूं पैसा कढवाया, 1 जून 2017 तो लेके 31 मार्च 2018 तक देखो कितने मंथ है? जून जुलाई अगस्त सितंबर अक्तूबर नवंबर दिसंबर जनवरी फरवरी मार्च। तो थोड़े कोल टोटल कितने मंथ्स हो गए? 10 मंथ्स हो गए। हुण नेक्स्ट तुसी पैसा विड्रॉ करा रहे हो 31 अगस्त 2017 ਨੂੰ 10,000 रुपए। हुण जेड़ा पैसा तुसी 31 अगस्त 2017 ਨੂੰ कढवाया उस ते भी तुसी 10,000 रुपए लगाया, 10,000 रुपए विड्रॉ कराया। तो हुण देखो कितने मंथ हो गए? अगस्त वाला मंथ छाड़ दो बिकॉज दिस इज अ लास्ट डेट ऑफ अगस्त मंथ। तो तुसी स्टार्ट किथों करोगे? सितंबर तो। सितंबर अक्टूबर नवंबर दिसंबर जनवरी फरवरी मार्च। तो थोड़े कोल पूरे महीने हो गए 7। हुण देखो तुसी 1 दिसंबर नूं पैसा विड्रॉ करा रहे हो। हुण 1 दिसंबर नूं कढवाया तो मंथ दे स्टार्टिंग च कढवाया, तो इट मींस दिसंबर काउंट करोगे तो दिसंबर जनवरी फरवरी मार्च। तो थोड़े कोल मंथ्स कितने आए? 4 मंथ्स। हुण इन द लास्ट 31 मार्च 2018 हुण 31 मार्च 2018 नूं पैसा कढवा रहे हो, इत्थे आके थोड़ा साल खत्म हो गया। तो इस जदों ये पैसा कढवाया पिछे कितने मंथ बचे? 0। कितने मंथ बच गए? 0। हुण तुसी यह प्रोडक्ट कैलकुलेट करोगे। हुण प्रोडक्ट कैलकुलेट किवें करना है? 20,000 इंटू 10 मंथ, 10,000 इंटू 7 मंथ, 15,000 इंटू 4 मंथ, 10,000 इंटू 0 मंथ। तो तुसी इहदा प्रोडक्ट कैलकुलेट करो। कहंदा 20,000 इंटू 10 कितना आ गया? 2 लाख।
10,000 इंटू 7 कितना आ गया 70,000। 15,000 इंटू 4 कितना आ गया 60,000। 10,000 इंटू 0 तो कितना आ गया 0। हुण इत्थे टोटल कैलकुलेट कर लो कि टोटल प्रोडक्ट कितना आया 2,70,000। 2,70,000 प्लस 60,000 का थोड़े को कितना आ गया 3,30,000। हुण जो थोड़े को 3,30,000 आया आपां मान लिया कि इहदे ते इंटरस्ट ऑन ड्राइंग जिहड़ा लग रहा है वो 10% पर एनम लग रहा है, तो तुसीं इत्थे इंटरस्ट ऑन ड्राइंग किवें कैलकुलेट करोगे? टोटल ड्राइंग्स कितनियां आ गईयां, टोटल प्रोडक्ट 3,30,000, रेट ऑफ इंटरस्ट कितना है 10% पर एनम। हुण सुनो इत्थे तुसीं कल्ले-कल्ले मंथ दा कढ लिया, ਜਦੋਂ ਇੱਥੇ ਕੱਲੇ-ਕੱਲੇ ਮੰਥ ਤੁਸੀਂ ਉਰੇ ਕੈਲਕੂਲੇਟ ਕਰ ਲਏ ਤਾਂ ਇੱਥੇ ਐਵਰੇਜ ਦੇ ਵਿੱਚ ਇਹਨੂੰ ਕੀ ਕਰ ਦੋਗੇ 1/12 ਤਾਂ ਤੁਸੀਂ ਇਹਨੂੰ ਸੋਲਵ ਕਰ ਦੋ 3,30,000 * 10/100 * 1/12 ਤਾਂ ਤੁਹਾਡੇ ਕੋਲ ਪ੍ਰੋਡਕਟ ਮੈਥਡ ਦੇ ਥਰੂ ਇੰਟਰਸਟ ਔਨ ਡਰਾਇੰਗ ਕੀ ਹੋ ਜਾਊਗਾ ਕੈਲਕੂਲੇਟ ਹੋ ਜਾਊਗਾ। ਇੱਥੇ ਤੱਕ ਆਪਾਂ ਸਿੱਖਿਆ ਕੀ ਹੈ ਕੈਲਕੂਲੇਸ਼ਨ ਆਫ ਇੰਟਰਸਟ ਔਨ ਡਰਾਇੰਗ ਕਿ ਅਸੀਂ ਆਪਣਾ ਇੰਟਰਸਟ ਔਨ ਡਰਾਇੰਗ ਕਿਸ ਤਰੀਕੇ ਨਾਲ ਕੀ ਕਰਾਂਗੇ ਕੈਲਕੂਲੇਟ ਕਰਾਂਗੇ। ਹੁਣ ਅਸੀਂ ਸਿੱਖਣਾ ਕੀ ਹੈ जे ਅਸੀਂ ਇੰਟਰਸਟ ਔਨ ਡਰਾਇੰਗ ਕੈਲਕੂਲੇਟ ਕਰਨਾ ਸਿੱਖ ਲਿਆ ਤਾਂ ਸਾਡੀਆਂ ਉਹਦੀਆਂ ਅਕਾਊਂਟਿੰਗ ਬੁੱਕਸ ਦੇ ਵਿੱਚ ਪਾਰਟਨਰਸ਼ਿਪ ਦੀਆਂ ਕਿਤਾਬਾਂ ਦੇ ਵਿੱਚ ਸਾਡੇ ਕੋਲੇ ਜਰਨਲ ਕੀ ਰਿਕਾਰਡ ਹੋਊਗੀ। ਤਾਂ ਅਸੀਂ ਨੈਕਸਟ ਪੁਆਇੰਟ ਕੀ ਸਿੱਖਣਾ ਹੈ ਕਿ ਜੇ ਅਸੀਂ ਇੰਟਰਸਟ ਔਨ ਕੈਪੀਟਲ ਕੱਢ ਲਿਆ ਤਾਂ ਇੰਟਰਸਟ ਔਨ ਕੈਪੀਟਲ ਦੀ ਜਰਨਲ ਐਂਟਰੀ ਕਿਤਾਬਾਂ ਦੇ ਵਿੱਚ ਕੀ ਰਿਕਾਰਡ ਕੀਤੀ ਜਾਊਗੀ। ਹੁਣ ਇਹਨਾਂ ਜਰਨਲ ਐਂਟਰੀਜ਼ ਨੂੰ ਪਾਉਣ ਤੋਂ ਪਹਿਲਾਂ ਸਾਨੂੰ ਦੋ ਕਨਸੈਪਟ ਸਿੱਖਣੇ ਪੈਣਗੇ क्योंकि ਜਿਹੜੀਆਂ ਅਸੀਂ ਪਾਰਟਨਰਸ਼ਿਪ ਬੁక్స్ ਬਣਾਉਂਦੇ ਆ ਇਹਨਾਂ ਪਾਰਟਨਰਸ਼ਿਪ ਬੁక్స్ ਦੇ ਵਿੱਚ ਤੁਸੀਂ ਆਪਣੇ ਪ੍ਰੀਵੀਅਸ ਕਲਾਸਿਸ ਦੇ ਵਿੱਚ ਪੜ੍ਹਿਆ ਪ੍ਰੋਫਿਟ ਐਂਡ ਲਾਸ ਅਕਾਊਂਟ। ਪਾਰਟਨਰਸ਼ਿਪ ਦੀਆਂ ਕਿਤਾਬਾਂ ਦੇ ਵਿੱਚ ਇਹਦੇ ਨਾਲ ਇੱਕ ਹੋਰ ਅਕਾਊਂਟ ਬਣਦਾ ਦੈਟ ਇਜ਼ ਅ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਠੀਕ ਹੈ ਤਾਂ ਆਪਾਂ ਜਦੋਂ ਪਾਰਟਨਰਸ਼ਿਪ ਦੀਆਂ ਕਿਤਾਬਾਂ ਬਣਾਈਆਂ ਤਾਂ ਸਾਡੇ ਕੋਲ ਇੱਕ ਬਣੂਗਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ कैपिटल अकाउंट्स कल्ले कल्ले पार्टनर दा कैपिटल अकाउंट बनाओगे एंड लास्ट दे विच जाके तुसी अपनी पार्टनरशिप दी बैलेंस शीट नु की करोगे तैयार करोगे। हुण तुहानू प्रॉफिट एंड लॉस अकाउंट दा पता है बट व्हाट इज द डिफरेंस बिटवीन प्रॉफिट एंड लॉस अकाउंट एंड प्रॉफिट एंड लॉस एप्रोप्रिएशन अकाउंट कि इन्हां दो अकाउंट्स दे विच की फर्क है क्योंकि जदों आपां जर्नल एंट्री इंटरस्ट ऑन ड्राइंग दी रिकॉर्ड करनी है तो ਅਸੀਂ ਉਹਨੂੰ प्रॉफिट एंड लॉस एप्रोप्रिएशन ਨਾਲ रिकॉर्ड करना है ना कि प्रॉफिट एंड लॉस ਨਾਲ रिकॉर्ड करना है। तो पहला ਸਾਨੂੰ ਇਹ क्लियर होना चाहिए है कि प्रॉफिट एंड लॉस एप्रोप्रिएशन ਦੇ ਵਿੱਚ ਕੀ ਫਰਕ ਹੈ। ਹੁਣ ਦੇਖੋ ਇੱਕ ਚੀਜ਼ ਮੇਰੇ ਧਿਆਨ ਨਾਲ ਸੁਣੋ ਕੁਝ ਖਰਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਖਰਚੇ ਸਿਰਫ ਔਰ ਸਿਰਫ ਤੁਸੀਂ ਉਸ ਟਾਈਮ ਤੇ ਬੀਅਰ ਕਰਦੇ ਹੋ ਜਿਸ ਟਾਈਮ ਦੇ ਉੱਤੇ ਤੁਹਾਨੂੰ ਕੰਪਨੀ ਦੇ ਵਿੱਚ ਕੀ ਹੋ ਰਹੇ ਨੇ ਪ੍ਰੋਫਿਟਸ ਹੋ ਰਹੇ ਨੇ। ਸਮਝ ਆਏਗਾ ਕੁਝ ਖਰਚੇ ਕਹਿੰਦਾ ਸਿਰਫ ਉਸ ਟਾਈਮ ਤੇ ਬੀਅਰ ਕੀਤੇ ਜਾਂਦੇ ਨੇ ਜਦੋਂ ਕੰਪਨੀ ਦੇ ਵਿੱਚ ਪ੍ਰੋਫਿਟ ਹੁੰਦੇ ਨੇ ਤੇ ਕੁਝ ਖਰਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਭਾਵੇਂ ਕੰਪਨੀ ਨੂੰ ਪ੍ਰੋਫਿਟ ਹੈ ਭਾਵੇਂ ਕੰਪਨੀ ਨੂੰ ਲਾਸ ਆ ਉਹ ਖਰਚੇ ਕੰਪਨੀ ਨੂੰ ਕੀ ਕਰਨੇ ਪੈਣਗੇ ਬੀਅਰ ਕਰਨੇ ਪੈਣਗੇ। ਗੱਲ ਮੇਰੀ ਫੋਲੋ ਕੀਤੀ ਕੁਝ ਖਰਚੇ ਇਹੋ ਜਿਹੇ ਨੇ ਭਾਵੇਂ प्रॉफिट है भावें लॉस है थोनू वो खर्चे की करने पैणगे बीयर करने पैणगे बट कुछ खर्चे इहो जिहे हुंदे ने जेड़े सिर्फ और सिर्फ कंपनी प्रॉफिट दे टाइम ते पार्टनरशिप फर्म्स प्रॉफिट दे टाइम ते की करदियां ने बीयर करदियां ने। हुण सुनो जेड़े खर्चे भावें प्रॉफिट है भावें लॉस है वो खर्चा थोनू बीयर करना ही पऊगा दैट एक्सपेंस इज नोन एज चार्ज अगेंस्ट प्रॉफिट। ਉਹਨਾਂ ਖਰਚਿਆਂ ਨੂੰ ਕੀ ਕਿਹਾ ਜਾਂਦਾ ਹੈਗਾ ਚਾਰਜ ਅਗੇਂਸਟ ਪ੍ਰੋਫਿਟ ਕਿਹਾ ਜਾਂਦਾ ਹੈ। ਬਟ ਜਿਹੜੇ ਖਰਚੇ ਸਿਰਫ ਔਰ ਸਿਰਫ ਕੰਪਨੀ ਪ੍ਰੋਫਿਟ ਦੇ ਟਾਈਮ ਤੇ ਬੀਅਰ ਕਰਦੀ ਹੈ ਉਹ ਸਾਰੇ ਐਕਸਪੈਂਸਸ ਨੂੰ ਕਿਹਾ ਜਾਂਦਾ ਹੈ ਐਪਰੋਪ੍ਰੀਏਸ਼ਨਸ ਆਫ ਪ੍ਰੋਫਿਟ। ਕਲੀਅਰ ਹੋਇਆ ਤਾਂ ਤੁਸੀਂ ਕੀ ਕਹਿ ਰਹੇ ਹੋ ਕਿ ਜੋ ਖਰਚੇ ਸਿਰਫ ਔਰ ਸਿਰਫ ਪ੍ਰੋਫਿਟ ਦੇ ਟਾਈਮ ਤੇ ਬੀਅਰ ਕੀਤੇ ਜਾਂਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਐਪਰੋਪ੍ਰੀਏਸ਼ਨ ਆਫ ਪ੍ਰੋਫਿਟਸ। ਜਿਹੜੇ ਖਰਚੇ ਤੁਹਾਨੂੰ ਲਾਸ ਹੈ ਭਾਵੇਂ ਪ੍ਰੋਫਿਟ ਹੈ ਤੁਹਾਨੂੰ ਬੀਅਰ ਕਰਨੇ ਹੀ ਪੈਣਗੇ ਦਿਸ ਇਜ਼ ਕਾਲਡ ਅ ਚਾਰਜ ਅਗੇਂਸਟ ਪ੍ਰੋਫਿਟ। ਹੁਣ ਇਹਨਾਂ ਦੀ ਐਗਜ਼ਾਮਪਲ ਮੰਨ ਲਓ ਤੁਸੀਂ ਕਿਸੇ ਤੋਂ ਲੋਨ ਲੈਣੇ ਸਮਝ ਆਈ ਗੱਲ ਜਦੋਂ ਤੁਸੀਂ ਕਿਸੇ ਤੋਂ ਲੋਨ ਲੈ ਲਿਆ ਅਗਲੇ ਨੂੰ ਕੋਈ ਮਤਲਬ ਹੈਗਾ ਕਿ ਤੁਸੀਂ ਰੋਟੀ ਖਾਧੀ ਹੈ ਨਹੀਂ ਖਾਧੀ ਤੁਸੀਂ ਬਿਜ਼ਨਸ ਚ ਪ੍ਰੋਫਿਟ ਕਮਾਇਆ ਨਹੀਂ ਕਮਾਇਆ
ਉਹਨੂੰ ਮਤਲਬ ਕੀ ਹੈ ਕਿ ਮੈਨੂੰ ਮੇਰਾ ਇੰਟਰਸਟ ਪੇ ਕਰ ਦਿਓ, ਤਾਂ ਉੱਥੇ ਤੁਹਾਡੇ ਲਈ ਉਹ ਖਰਚਾ ਪ੍ਰੋਫਿਟ ਦੇ ਟਾਈਮ ਤੇ ਵੀ ਬੀਅਰ ਕਰਨਾ ਪੈ ਸਕਦਾ ਹੈ, लॉस ਦੇ ਟਾਈਮ ਤੇ ਵੀ ਬੀਅਰ ਕਰਨਾ ਪੈ ਸਕਦਾ, ਮਤਲਬ ਕਰਨਾ ਹੀ ਪਊਗਾ, ਚਾਹੇ ਪ੍ਰੋਫਿਟ ਹੈ ਚਾਹੇ ਲॉस ਹੈ। ਤੁਹਾਨੂੰ ਇੰਟਰਸਟ, ਜੇ ਤੁਸੀਂ ਕੋਈ ਲੋਨ ਲਿੱਤਾ ਤਾਂ ਤੁਹਾਨੂੰ ਉਹ ਤੇ ਇੰਟਰਸਟ ਜਿਹੜਾ ਹੈ ਉਹ ਕੀ ਕਰਨਾ ਪਊਗਾ, ਪੇ ਕਰਨਾ ਪਊਗਾ। ਫॉर एग्जांपल ਹੋਰ ਤੁਸੀਂ ਆਪਣੀ ਆਰਗੇਨਾਈਜੇਸ਼ਨ 'ਚ ਇੱਕ ਮੈਨੇਜਰ ਰੱਖਿਆ, ਕੀ ਰੱਖਿਆਗਾ, ਮੈਨੇਜਰ ਰੱਖਿਆ। ਹੁਣ ਉਹ ਮੈਨੇਜਰ ਨੂੰ ਮਤਲਬ ਹੈ ਤੁਸੀਂ ਆਪਣੀ ਆਰਗੇਨਾਈਜੇਸ਼ਨ 'ਚੋਂ ਪ੍ਰੋਫਿਟ ਕਮਾ ਰਹੇ ਹੋ ਕਿ ਨਹੀਂ ਕਮਾ ਰਹੇ। ਉਹ ਤੁਹਾਨੂੰ ਐਟ ਦਾ ਐਂਡ ਕੀ ਕਹੂਗਾ ਕਿ ਮੈਨੂੰ ਮੇਰੇ ਜੋ ਮੈਂ ਕੰਮ ਕੀਤਾ, ਜੋ ਮੈਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਨੇ, ਉਹਨਾਂ ਤੇ ਮੈਨੂੰ ਕੀ ਦਿੱਤੀ ਜਾਵੇ, ਸੈਲਰੀ ਦਿੱਤੀ ਜਾਵੇ। ਬਟ ਇਨ ਕੇਸ ਆਫ ਪਾਰਟਨਰਸ਼ਿਪ, ਪਾਰਟਨਰਸ਼ਿਪ ਦੇ ਵਿੱਚ ਅਗਰ ਕੋਈ ਪਾਰਟਨਰ ਐਕਸਟਰਾ ਕੰਮ ਕਰ ਰਿਹਾ ਹੈ, ਕੀ ਕਰ ਰਹੇਗਾ, एक्स्ट्रा वर्क करता है, तो एक्स्ट्रा वर्क दे लिए थोड़े तो कमीशन मंग सकता है, सैलरी मंग सकता है। बट वो सैलरी कदों मंगूगा, जदों थोड़ी अपनी फर्म दे विच की होगा, प्रॉफिट होगा। तो ज्यादातर जो पार्टनर नाल जुड़ी है एक्सपेंसेस ने एंड पार्टनर नाल जुड़े इनकम्स ने, it will be shown in the profit and loss appropriation, because partner ਨੂੰ ਤੁਸੀਂ interest on capital, ਪਾਰਟਨਰ ਨੂੰ ਸੈਲਰੀ, ਪਾਰਟਨਰ ਨੂੰ ਰੈਮੂਨਰੇਸ਼ਨ ਉਦੋਂ ਹੀ ਪੇ ਕਰੋਗੇ ਜਦੋਂ ਤੁਹਾਡੇ ਕੋਲ ਤੁਹਾਡੀ ਫਰਮ 'ਚ ਕੀ ਹੋਊਗਾ, ਪ੍ਰੋਫਿਟ ਹੋਊਗਾ। ਸਮਝ ਆਈ। ਬਟ ਅਗਰ ਤੁਸੀਂ ਕਿਸੇ ਬਾਹਰਲੇ ਬੰਦੇ ਤੋਂ ਲੋਨ ਲਿੱਤਾ ਹੈ, ਕੋਈ ਮੈਨੇਜਰ ਬਾਹਰਲਾ ਬੰਦਾ ਰੱਖਿਆ ਹੈ, ਤਾਂ ਉਹਨੂੰ ਕੋਈ ਮਤਲਬ ਨਹੀਂ ਤੁਸੀਂ ਪੈਸਾ ਕਮਾ ਰਹੇ ਹੋ ਜਾਂ ਨਹੀਂ ਕਮਾ ਰਹੇ, ਉਹਨੇ ਤੁਹਾਡੇ ਤੋਂ ਇੰਟਰਸਟ ਵੀ ਲੈਣਾ ਹੈ, ਉਹਨੇ ਤੁਹਾਡੇ ਤੋਂ ਸੈਲਰੀ ਵੀ ਕੀ ਕਰਨੀ ਹੈ, ਚਾਰਜ ਕਰਨੀ ਹੈ। ਤਾਂ ਜਿਹੜੇ ਖਰਚੇ प्रॉफिट एंड लॉस दोनों के टाइम ते बीयर करने पैंदे ने, वो सारे दे सारे शो किते जांदे ने पी एंड एल। जेड़े खर्चे सिर्फ और सिर्फ प्रॉफिट के टाइम ते बीयर करने पैंदे ने, वो सारे दे सारे शो किते जांदे ने प्रॉफिट एंड लॉस एप्रोप्रिएशन। क्लियर होया। तो जो साडा पी एंड एल, यह नैट प्रॉफिट भी रिजल्ट दे दिंदा है, नैट लॉस भी रिजल्ट दे दिंदा है। बट प्रॉफिट एंड लॉस एप्रोप्रिएशन ऑलमोस्ट शोज प्रॉफिट, बिकॉज तुसी ਇਹਦੇ ਚ ਉਹਨੇ ਹੀ ਐਕਸਪੈਂਸ ਪਾਣੇ ਹੋ ਜਿੰਨੇ ਤੁਹਾਨੂੰ ਫਾਰਮਸ ਦੇ ਵਿੱਚ ਕੀ ਨੇਗੇ, ਪ੍ਰੋਫਿਟ ਨੇ। ਤੁਸੀਂ ਕੋਈ ਵੀ ਇਹੋ ਜਿਹਾ ਖਰਚਾ ਇਹਦੇ ਵਿੱਚ ਨਹੀਂ ਪਾਉਂਦੇ ਜਿਹਦੇ ਕਾਰਨ ਤੁਹਾਨੂੰ ਫਾਰਮ ਚ ਕੀ ਹੋ ਜੇ, ਲਾਸ ਹੋ ਜੇ, ਕਿਉਂਕਿ ਲਾਸ ਦੇ ਟਾਈਮ ਤੇ ਐਕਸਪੈਂਸਸ ਨੂੰ ਬੀਅਰ ਨਹੀਂ ਕੀਤਾ ਜਾਂਦਾ। ਹੁਣ ਨੈਕਸਟ ਕਲਾਸ ਚ ਆਪਾਂ ਇਹਦੀ ਡਿਸਕਸ ਕਰਾਂਗੇ ਜਰਨਲ ਐਂਟਰੀ ਕਿਵੇਂ ਰਿਕਾਰਡ ਕਰੀ ਜਾਂਦੀ ਇੰਟਰਸਟ ਔਨ ਡਰਾਇੰਗ ਦੀ। ਥੈਂਕ ਯੂ ਸੋ ਮਚ ਸਟੂਡੈਂਟਸ।